गुड आफ्टरनून राजे। अपने कोले एक्सपेरिमेंशियल लर्निंग ਆਪਾਂ सब्जेक्ट ਜਿਹੜਾ ਆਪਾਂ ਪੜ ਰਹੇ ਹਾਂ ਸੈਕਸ਼ਨ A ਦੇ ਵਿੱਚ ਆਪਣੇ ਕੋਲ ਟੌਪਿਕ ਜਿਹੜਾ ਹੈਗਾਗਾ ਕਿ ਅਨੁਭਵੀ ਸਿੱਖਣ ਅਤੇ ਇਸ ਦੀ ਪ੍ਰਸੰਗਿਕਤਾ। और ਅਨੁਭਵੀ ਸਿੱਖਣ ਅਤੇ ਇਸ ਦੀ ਪ੍ਰਸੰਗਿਕਤਾ ਇਸ ਦੇ ਰੈਲੇਵੈਂਸ ਕੀ ਹੈਗੇ ਆ ਜਿਹੜੀ ਸਾਡੀ ਇੱਕ ਅਨੁਭਵੀ ਸਿੱਖਣਾ। ਹੁਣ ਜਿਹੜੀ ਅਨੁਭਵੀ ਸਿੱਖਣ ਦੀ ਗੱਲ ਹੈਗੀ ਆ ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲੇ ਵੀ ਜਿਹੜੀ ਇੰਟਰੋਡਕਸ਼ਨ ਹੈਗੀ ਆ ਜਾਣ ਪਹਿਚਾਣ ਨੂੰ ਆਪਾਂ ਕਹਿ ਦਿੰਦੇ ਆ इंट्रोडक्शन। हाँ जी, इंट्रोडक्शन दे विच की हैगा आपां इत्थे देखो बड़े ध्यान दे नाल गल समझण वाली है भी अनुभवी सिੱਖਣਾ। पहला तो आपां उस शब्द का जिहड़ा अर्थ हैगा उस नूं चंगे तरीके नाल समझ लईए। अनुभव सिੱਖਣਾ देखो सिੱਖਣਾ की हैगा एक सिੱਖਿਆ ਦਾ रूप है। मतलब की हैगी आ सिੱਖਿਆ ਸਾਡੇ ਵਿੱਚ ਕੀ ਲੈ ਕੇ ਆਉਂਦੀ ਹੈ ਸਿੱਖਣਾ ਲੈ ਕੇ ਆਉਂਦੀ ਹੈ ਔਰ ਫਿਰ ਸਾਨੂੰ ਅਨੁਭਵ ਹੁੰਦਾ ਹੈ। ਅਸਲ ਦੇ ਵਿੱਚ ਉਹ ਕੀ ਹੈਗੇ ਸਾਡੀ ਅਨੁਭਵੀ ਸਿੱਖਣਾ ਹੈ। ਹੁਣ ਜਿਹੜੀ ਅਨੁਭਵੀ ਸਿੱਖਣਾ ਆਪਾਂ ਕਹਿ ਦਿੰਦੇ ਆ ਕਿ ਅਨੁਭਵ ਰਾਹੀਂ ਸਿੱਖਣ ਦੀ ਇੱਕ ਪ੍ਰਕਿਰਿਆ ਹੈ। ਜਿਹੜੀ ਅਨੁਭਵੀ ਸਿੱਖਿਆ ਹੈਗੀ ਆ ਅਨੁਭਵੀ ਰਾਹੀਂ ਸਿੱਖਣ ਦੀ ਇੱਕ ਪ੍ਰਕਿਰਿਆ ਹੈ। अनुभव सीखण की गल हो रही है जी इत्थे। अनुभव सीखण की एक प्रक्रिया है। एक प्रक्रिया है की हैगी है प्रक्रिया जी इस विच कहंदे प्रक्रिया नूं विशिष्ट रूप विच इस विच क्रिया नूं इस विच क्रिया नूं विशिष्ट रूप विच विशिष्ट रूप विच विशिष्ट रूप दे विच हुण विशिष्ट किहड़ा रूप दे विच की गल कही है कि कहंदे कार्य करदिआं चिंतन राही सीखना। कार्य करदिआं चिंतन राही सीखना। चिंतन राही सीखना कारज करदिआं चिंतन राही सीखना वजों परिभाषित किया जाता है। वजों परिभाषित किया जाता है। परिभाषित किया जाता है। लो जी तुसी इंट्रोडक्शन दे विच आपां एक बारी लिख दित्ती गल कि जिहड़ी अनुभवी सीखना हैगा कहते अनुभवी सीखण दी एक प्रक्रिया है। कहते इस विच क्रिया नूं विशिष्ट रूप दे विच की हैगा कहते कार्य करदिआं चिंतन राही सीखना। हुण देखो साडे कोल इत्थे कार्य करदे दा शब्द आया जी आ साडे कोले असीं इस चीज नूं ध्यान दे विच रखना है कार्य करदिआं और चिंतन राही। देखो आपां कोई भी एक्टिविटी करते हैं सानू पहला उसके प्रति की होना पैदा है चिंतन होना पैदा है भी असीं जो सीखण जा रहे हैं असीं उसके प्रति चिंतन होने भी इस क्रिया नूं असीं किवें
एक प्रतिभाशाली रूप ਦੇ ਵਿੱਚ ਅਸੀਂ ਇਸ ਨੂੰ ਪੂਰਾ ਕਰਨਾ ਹੈ ਔਰ ਇਸ ਦੇ ਪ੍ਰਤੀ ਅਸੀਂ ਅਭਿਆਸ ਕਿਵੇਂ ਕਰਨਾ ਹੈ। ਤਾਂ ਆਪਾਂ ਕਾਰਜ ਕਰਦੇ ਜਾਂਦੇ ਆ, ਹੌਲੀ ਹੌਲੀ ਅਸੀਂ ਚਿੰਤਨ ਹੁੰਦੇ ਜਾਂਦੇ ਆ। ਅਸਲ ਦੇ ਵਿੱਚ ਉਹ ਕਾਰਜ ਕਰਦਾ ਹੈ ਜਿਵੇਂ ਜਿਵੇਂ ਅਸੀਂ ਚਿੰਤਨ ਹੁੰਦੇ ਜਾਂਦੇ ਆ, ਅਸਲ ਦੇ ਵਿੱਚ ਉਹ ਸਾਡਾ ਸਿੱਖਣਾ ਹੈ ਔਰ ਉਹ ਸਿੱਖਣਾ ਕੀ ਕਰਦਾ ਹੈ, ਕਿਸ ਨੂੰ ਪ੍ਰਭਾਸ਼ਿਤ ਕਰਦਾ ਹੈ ਜੀ, ਕਹਿੰਦੇ ਅਨੁਭਵੀ ਸਿੱਖਣ ਨੂੰ ਪ੍ਰਭਾਸ਼ਿਤ ਕਰਦਾ ਹੈ। ਇਸ ਦੇ ਵਿੱਚ ਇੱਕ ਦੋ ਗੱਲਾਂ ਹੋਰ ਸ਼ਾਮਲ ਹੁੰਦੀਆਂ ਨੇ। ਕੋਈ ਕਹਿੰਦੇ ਅਜਿਹਾ ਸਿੱਖਣਾ, ਕੋਈ ਅਜਿਹਾ ਸਿੱਖਣਾ ਜਿੱਥੇ ਅਧਿਆਪਕ ਸਿੱਖਣ ਨੂੰ ਸੇਧ ਦੇਵੇ ਅਤੇ ਸੁਵਿਧਾਜਨਕ ਬਣਾਵੇ। ਕੋਈ ਅਜਿਹਾ ਸਿੱਖਣਾ ਜਿੱਥੇ ਕੀ ਹੈਗਾ ਅਧਿਆਪਕ ਸਿੱਖਣ ਨੂੰ, ਆਪਾਂ ਉਹ ਵੀ ਲਿਖ ਲੈਂਦੇ ਜੀ, ਕੋਈ ਅਜਿਹਾ ਸਿੱਖਣਾ, ਇਹਨੂੰ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਲੈ ਸਕਦੇ ਹੋ ਜੀ। ਕੋਈ ਅਜਿਹਾ ਸਿੱਖਣਾ ਜੋ ਅਧਿਆਪਕ ਨੂੰ, ਜੋ ਅਧਿਆਪਕ ਨੂੰ ਸੇਧ ਦੇਵੇ, ਸੇਧ ਦੇ ਕੇ, ਸੇਧ ਦੇ ਕੇ ਕੀ ਬਣਾਵੇ ਜੀ, ਸੁਵਿਧਾਜਨਕ ਬਣਾਵੇ। ਸੇਧ ਦੇ ਕੇ ਸੁਵਿਧਾ ਜਨਕ ਬਣਾਵੇ, ਸੁਵਿਧਾਜਨਕ ਬਣਾਵੇ। ਲਓ ਜੀ ਆਪਾਂ ਇੱਕ ਹੋਰ ਇੱਥੇ ਇੰਟਰੋਡਕਸ਼ਨ ਦੇ ਵਿੱਚ ਇੱਕ ਬਹੁਤ ਸੌਖੀ ਜੀ ਆਪਾਂ ਸਟੇਟਮੈਂਟ ਦਿੱਤੀ ਹੈ। ਕਹਿੰਦੇ ਕੋਈ ਅਜਿਹਾ ਸਿੱਖਣਾ ਜੋ ਅਧਿਆਪਕ ਨੂੰ ਸੇਧ ਤਾਂ ਦਿੰਦਾ ਹੀ ਹੈਗਾ, ਨਾਲ ਨਾਲ ਉਹ ਸੁਵਿਧਾਜਨਕ ਵੀ ਬਣਾਵੇ। ਮਤਲਬ ਕੀ ਹੈਗਾ, ਉਹ ਉਸ ਦੇ ਲਈ ਜਦੋਂ ਵੀ ਉਹ ਕੋਈ ਕਿਰਿਆਵਾ ਕਰੂਗਾ ਜਾਂ ਕਰਵਾਊਗਾ ਵਿਦਿਆਰਥੀਆਂ ਕੋਲੋਂ, ਅਸਲ ਦੇ ਵਿੱਚ ਉਸ ਦਾ ਵੀ ਸਿੱਖਣਾ ਹੋ ਜਾਊਗਾ, ਕਿਉਂਕਿ ਉਸ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਰ ਵਿਦਿਆਰਥੀ ਜਿਹੜਾ ਹੈਗਾ ਉਹਨਾਂ ਕੋਲੋਂ ਗਿਆਨ ਹਾਸਲ ਕਰਨਗੇ, ਉਹ ਉਹਨਾਂ ਨੇ ਕੀ ਬਣ ਜਾਊਗੀ, ਇੱਕ ਸੁਵਿਧਾ ਬਣ ਜਾਊਗੀ। ਤਾਂ ਇਹਦੇ ਵਿੱਚ ਨੈਕਸਟ ਹੋਰ ਵੀ ਗੱਲ ਕੀ ਹੈਗੀ ਆ, ਕਹਿੰਦੇ ਕੋਈ ਅਜਿਹਾ ਸਿੱਖਣਾ ਜਿਹੜੇ ਵਿਦਿਆਰਥੀ ਨੂੰ ਵਾਸਤਵਿਕ ਜੀਵਨ ਅਨੁਭਵਾਂ ਤੋਂ, ਮਤਲਬ ਆਪਾਂ ਪ੍ਰੈਕਟੀਕਲੀ ਕਰਦੇ ਹਾਂ ਨਾ, ਜਦੋਂ ਵਾਸਤਵਿਕ ਦੇ ਵਿੱਚ ਜੀਵਨ ਜਦੋਂ ਆਪਾਂ ਬਤੀਤ ਕਰਦੇ ਫਿਰ ਆਪਾਂ ਕਹਿ ਦਿੰਦੇ ਹਾਂ ਸਾਨੂੰ ਬੜਾ ਤਜਰਬਾ ਹੈ ਸਾਡੀ ਆਪਣੀ ਜ਼ਿੰਦਗੀ ਦੇ ਵਿੱਚ। ਜਿਵੇਂ ਆਪਾਂ ਪਰਿਵਾਰ ਦੇ ਵਿੱਚ ਆਪਾਂ ਰਹਿੰਦੇ ਹੁੰਦੇ ਆ, ਸਾਡੇ ਜਿਹੜੇ ਪੇਰੈਂਟਸ ਹੁੰਦੇ ਹਨ, ਗ੍ਰੈਂਡ ਪੇਰੈਂਟਸ ਹੁੰਦੇ ਹਨ, ਪੇਰੈਂਟਸ ਦੀ ਜਗ੍ਹਾ ਤੇ ਭੈਣ ਭਰਾ ਹੁੰਦੇ ਹਨ, ਉਹਨਾਂ ਨੂੰ ਸਾਡੀ ਉਮਰ ਤੋਂ ਵੱਧ ਉਮਰ ਹੋਣ ਕਰਕੇ ਉਹਨਾਂ ਕੋਲ ਇੱਕ ਸੇਧ ਹੁੰਦੀ ਹੈ, ਉਹਨਾਂ ਨੇ ਸਿੱਖਿਆ ਹੁੰਦਾ ਹੈ, ਵੱਖ-ਵੱਖ ਹਾਲਾਤਾਂ ਦੇ ਵਿੱਚ ਗੁਜ਼ਰ ਕੇ ਔਰ ਅਭਿਆਸ ਕੀਤਾ ਹੁੰਦਾ ਹੈ। ਇਸੇ ਲਈ ਉਹ ਕਹਿ ਦਿੰਦੇ ਵੀ ਤੁਹਾਡੇ ਨਾਲੋਂ ਸਾਨੂੰ ਗਿਆਨ ਜਿਹੜਾ ਹੈਗਾ ਔਰ ਵੀ ਪ੍ਰੈਕਟੀਕਲੀ ਹੈ। ਤਾਂ ਉੱਥੇ ਕੀ ਹੁੰਦਾ ਹੈਗਾ, ਕਹਿੰਦੇ ਕੋਈ ਅਜਿਹਾ ਸਿੱਖਣਾ ਜਿਹੜੇ ਵਿਦਿਆਰਥੀ ਨੂੰ ਕਹਿੰਦੇ ਵਾਸਤਵਿਕ ਜੀਵਨ ਅਨੁਭਵ ਤੋਂ ਸਿੱਖਣ ਵਿੱਚ ਮਦਦ ਕਰੇ, ਉਹ ਅਨੁਭਵੀ ਸਿੱਖਣ ਕੀ ਕਹਿੰਦਾ ਹੈ, ਅਖਵਾਉਂਦਾ ਹੈ। ਕਹਿੰਦੇ ਵਾਸਤਵਿਕ ਜੀਵਨ ਅਨੁਭਵਾਂ ਤੋਂ ਸੇਮ ਲਾਈਨ ਲਿਖਦੇ ਨੇ, ਕੋਈ ਅਜਿਹਾ ਸਿੱਖਣਾ ਜੋ ਵਿਦਿਆਰਥੀ ਨੂੰ ਵਾਸਤਵਿਕ ਜੀਵਨ ਨੂੰ, ਜਿਹੜਾ ਉਸਦਾ ਇੱਕ ਵਾਸਤਵਿਕ ਜੀਵਨ ਹੈਗਾ, ਕਹਿੰਦੇ ਨੂੰ ਅਨੁਭਵਾਂ ਤੋਂ ਕੀ ਬਣਾਵੇ ਜੀ, ਸਿੱਖਣ ਵਿੱਚ, ਅਨੁਭਵਾਂ ਤੋਂ ਕੀ ਕਰੇ, ਸਿੱਖਣ ਦੇ ਵਿੱਚ ਮਦਦ ਕਰੇ, ਸਿੱਖਣ ਦੇ ਵਿੱਚ ਮਦਦ ਕਰੇ, ਉਹ ਅਨੁਭਵ ਸਿੱਖਣਾ ਅਖਵਾਉਂਦਾ ਹੈ।
ਮਦਦ ਕਰੇ ਉਹ ਅਨੁਭਵ ਸਿੱਖਣਾ ਕਮਾਉਂਦਾ ਹੈ। ਇੰਨੀ ਕੁ ਆਪਾਂ ਇੰਟਰੋਡਕਸ਼ਨ ਜਿਹੜੀ ਹੈਗੀ ਆ ਇੱਕ ਅਨੁਭਵੀ ਸਿੱਖਣ ਦੇ ਪ੍ਰਤੀ ਆਪਾਂ ਦੇਖੇ ਜੀ। ਉਸ ਤੋਂ ਬਾਅਦ ਇਹਨੇ ਆਪਣੇ ਕੋਲ ਕੁਝ ਸਬ ਪੁਆਇੰਟ ਹੈਗੇ ਆ, ਆਪਾਂ ਉਹਨਾਂ ਨੂੰ ਡਿਸਕਸ ਕਰਾਂਗੇ ਜੀ। ਸਬ ਪੁਆਇੰਟਸ ਸਾਡੇ ਕੋਲ ਜਿਹੜੇ ਹੈਗੇ ਨੇ ਵੱਖ-ਵੱਖ ਰੂਪ ਦੇ ਵਿੱਚ ਹੈਗੇ ਨੇ। ਅਨੁਭਵੀ ਸਿੱਖਣ ਦੇ ਔਰ ਉਸ ਦੀ ਪ੍ਰਸੰਗਿਕਤਾ। बड़े ध्यान के नाल ये जिहड़ियां गल्लां लिखियां जांदियां हन जां उदाहरणां दित्तियां जांदियां हन तां आपां नूं ये समझ लेना चाहिए है कि एक बार जो मूहों निकले शब्द हुंदे हन कहते वो वापस नहीं आउंदे। कहण तो भाव की हैगा आपां इस जिस भी टॉपिक नूं आपां डिस्कस कर रहे हां तां इस नूं बार-बार दोहरावांगे तां बार-बार नवे-नवे एग्जांपल साडे कोले क्रिएट होंगे। तो आप इस चीज को लिखना जरूरी समझते हैं कि सानू चीज लिख लेनी चाहिए है ताकि सानू आने वाले जो साडे पेपर हैगे ने उन्हां दे विच सानू सिर्फ असीं जस्ट गो थ्रू असीं स्टडी नूं गो थ्रू करना हैगा, पॉइंट्स को ड्रॉ करना हैगा, असीं किवें उस नूं ध्यान दे विच लैके आउणा, जस्ट रीडिंग लेनी है और साडा जिहड़ा पेपर हैगा बहुत वधिया ढंग दे नाल हो सकदा है। हुण जिहड़े साडे कारजी अनुभव तो बाद साडे कोल देखो एक अनुभवी सीखण दी गल होई, पॉइंट टॉपिक आया साडे कोले तो उस तो आपां इंट्रोडक्शन दे विच देखिया चाहे वो कहंदे विद्यार्थी है चाहे वो अध्यापक है। तो उस तो बाद अपने कोल 100 पॉइंट हैगे ने तो वो किस विच हैगे कहंदे आपां लिख सकदे समकाली भारतीय सिੱਖਿਆ विच अनुभवी सीखण दी की हैगी आ अनुभवी सीखण दी प्रक्रिया। आपां टॉपिक जिहड़ा हैगा देखो इंट्रोडक्शन अपने कोल यही हैगी आ और टॉपिक जिहड़ा हैगा कि अनुभवी समकाली ਆਪਾਂ ਇਹ ਲਿਖ ਸਕਦੇ ਹਾਂ अनुभवी सीखण ਦੀ ਜਿਹੜੀ ਹੈਗੀ ਆ ਪ੍ਰਸੰਗਿਕਤਾ ਜਿਹੜੀ ਹੈਗੀ ਉਹ ਕਿਸ ਰੂਪ ਦੇ ਵਿੱਚ ਹੈਗੀ ਸਮਕਾਲੀ ਭਾਰਤੀ ਸਿੱਖਿਆ। ਸਮਕਾਲੀ समकाली भारतीय सिक्ख्या जिहड़ी समकालीन दौरान जिहड़ी भारत दी जिहड़ी एजुकेशन सी उस दे विच अनुभवी सिੱਖਣ दी प्रसंगिकता। अनुभवी सीखण दी प्रसंगिकता ये ਵੱਖ-ਵੱਖ ਇਸ ਦੇ ਵਿੱਚ ਪੁਆਇੰਟਸ ਹੋਣਗੇ ਸਾਡੇ ਕੋਲੇ कि ਜਿਹੜਾ ਸਾਡੇ ਕੋਲੇ ਸਮਕਾਲੀਨ ਭਾਰਤੀ ਸਿੱਖਿਆ ਹੈਗੀ ਹੈ ਉਸ ਦੇ ਵਿੱਚ ਜਿਹੜਾ ਅਨੁਭਵੀ ਸਿੱਖਣ ਦੀ ਪ੍ਰਸੰਗਿਕਤਾ ਉਹ ਕਿਸ ਰੂਪ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੀ ਹੈ। ਤਾਂ ਇਹਦੇ ਵੱਖ-ਵੱਖ ਸਬ ਪੁਆਇੰਟਸ ਨੇ ਸਾਡੇ ਕੋਲੇ ਜੀ। ਫਸਟ ਜਿਹੜਾ ਸਬ ਪੁਆਇੰਟ ਹੈਗਾ ਕਹਿੰਦੇ ਭਾਰਤ ਵਿੱਚ ਇੱਕ ਪੁਰਾਤਨ ਧਾਰਨਾ। ਭਾਰਤ ਵਿੱਚ ਆਪਾਂ ਜਿਵੇਂ ਪਿਛਲੇ ਪੁਆਇੰਟ ਦੇ ਵਿੱਚ ਆਪਾਂ ਕਾਰਜ ਸਿੱਖਿਆ ਦੇ ਵਿੱਚ ਕੀਤੀ ਸੀ ਗੱਲ, ਓਲਡ ਕਨਸੈਪਟ ਦੀ ਗੱਲ ਕੀਤੀ ਸੀ ਤਾਂ ਇੱਥੇ ਵੀ ਕੀ ਹੈਗਾ ਕਹਿੰਦੇ ਭਾਰਤ ਵਿੱਚ ਇੱਕ ਪੁਰਾਤਨ ਧਾਰਨਾ। ਭਾਰਤ ਵਿੱਚ ਇੱਕ ਪੁਰਾਤਨ ਧਾਰਨਾ ਭਾਰਤ ਵਿੱਚ ਇੱਕ ਪੁਰਾਤਨ ਧਾਰਨਾ लो जी अपने कोले 100
ਓਪਨ এনवायरमेंट ਦੇ ਵਿੱਚ ਔਰ ਜੰਗਲਾਂ ਦੇ ਵਿੱਚ ਉਹ ਪਾਠਸ਼ਾਲਾ ਬਣਾਈ ਜਾਂਦੀ ਸੀ ਔਰ ਇੱਕੋ ਹੀ ਅਧਿਆਪਕ ਹੁੰਦਾ ਸੀਗਾ ਕਿ ਵੱਖ-ਵੱਖ ਭਾਸ਼ਾਵਾਂ ਦੇ ਤਹਿਤ ਵਿਦਿਆਰਥੀਆਂ ਨੂੰ ਕੀ ਦਿੰਦਾ ਸੀ, ਗਿਆਨ ਦਿੰਦਾ ਸੀ ਔਰ ਉਹਨਾਂ ਕੋਲੋਂ ਵੱਖ-ਵੱਖ ਤਰੀਕੇ ਨਾਲ ਕਿਰਿਆਵਾਂ ਵੀ ਕਰਵਾਈਆਂ ਜਾਂਦੀਆਂ ਸੀ। ਮਤਲਬ ਉਹਨਾਂ ਦਾ ਜਿਹੜਾ ਜੀਵਨ ਸੀਗਾ ਅਸਲ ਦੇ ਵਿੱਚ ਇੱਕ ਅਨੁਭਵੀ ਰੂਪ ਦੇ ਵਿੱਚ ਸਿੱਖਣ ਦੀ ਗੱਲ ਉਹਦੇ ਵਿੱਚ ਸ਼ਾਮਲ ਸੀ। ਸਿੱਖਿਆ ਇਹ ਸੀਗੀ ਕਿ ਬੱਚਿਆਂ ਨੂੰ ਅਨੁਭਵ ਕਰਵਾਉਂਦਾ ਸੀ ਔਰ ਅਨੁਭਵ ਹੋਣ ਦੇ ਨਾਲ ਕੀ ਕਰਦੇ ਸੀ, ਉਹ ਉਸ ਅਵਸਥਾ ਦੇ ਵਿੱਚ ਆ ਜਾਂਦੇ ਸੀਗੇ। ਕਿਹੜੀ ਅਵਸਥਾ ਦੇ ਵਿੱਚ? ਸੌਰੀ, ਸਿੱਖਣ ਦੀ ਅਵਸਥਾ ਦੇ ਵਿੱਚ। ਹੁਣ ਆਪਾਂ ਦੇਖੀਏ ਵੀ ਜਿਸ ਤਰੀਕੇ ਨਾਲ ਪੁਰਾਤਨ ਸਮੇਂ ਦੇ ਵਿੱਚ ਜਿਹੜੀ ਇੱਕ ਅਧਿਆਪਕ ਵੱਲੋਂ ਸਿੱਖਿਆ ਦਿੱਤੀ ਜਾਂਦੀ ਸੀ ਤਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜੋ ਅਧਿਆਪਕ ਨੇ ਵਿਦਿਆਰਥੀਆਂ ਨੂੰ ਕਹਿ ਦਿੱਤਾ ਕਿ ਆਹ ਕਾਰਜ ਤੁਸੀਂ ਕਰ ਲੈਣਾ ਹੈ, ਹਾਲਾਂਕਿ ਵਿਦਿਆਰਥੀਆਂ ਨੂੰ ਇਹ ਗਿਆਨ ਨਹੀਂ ਹੁੰਦਾ ਸੀ ਵੀ ਇਸ ਕਿਰਿਆ ਦੇ ਨਾਲ ਸਾਨੂੰ ਕੀ ਸਿੱਖਣ ਨੂੰ ਮਿਲੂਗਾ ਜਾਂ ਸਾਨੂੰ ਕੀ ਅਨੁਭਵ ਹੋਊਗਾ। ਬਟ ਕੀ ਸੀਗਾ ਕਿ ਟੀਚਰ ਜਿਹੜਾ ਹੈਗਾ ਉਹ ਬਾਖੂਬੀ ਤਰੀਕੇ ਨਾਲ ਉਹਨਾਂ ਪੜਾਵਾਂ ਦੇ ਵਿੱਚੋਂ ਨਿਕਲਿਆ ਹੁੰਦਾ ਸੀ। ਇਸ ਕਰਕੇ ਸਿੱਖਿਆਰਥੀਆਂ ਨੂੰ ਕੀ ਕਰਦਾ ਸੀਗਾ ਜੀ, ਉਹ ਪੁਰਾਤਨ ਸਮੇਂ ਦੇ ਵਿੱਚ ਆਪਾਂ ਦੇਖੀਏ ਜਿਹੜਾ ਕਨਸੈਪਟ ਸੀਗਾ ਭਾਰਤ ਦੇ ਵਿੱਚ ਇੱਕ ਅਨੁਭਵ ਸਿੱਖਣ ਦੇ ਰਿਲੇਟਡ, ਤਾਂ ਉਹ ਕੀ ਸੀਗਾ ਕਿ ਬੱਚਿਆਂ ਨੂੰ ਇੱਕ ਗੁਰੂਕੁਲ ਅਵਸਥਾ ਦੇ ਵਿੱਚ ਜਿਵੇਂ ਵਿਦਿਆਰਥੀਆਂ ਨੂੰ ਜੋ ਇੱਕ ਸਿੱਖਣ ਦੀ ਇੱਕ ਤੀਬਰਤਾ ਬਣਾਈ ਜਾਂਦੀ ਸੀ, ਸਿੱਖਿਆ ਦੀ ਧਾਰਨਾ ਬਣਾ ਕੇ, ਤਾਂ ਵਿਦਿਆਰਥੀਆਂ ਨੂੰ ਵੱਖ-ਵੱਖ ਕਿਰਿਆਵਾਂ ਕਰਵਾਈਆਂ ਜਾਂਦੀਆਂ ਸੀ। ਉਹੀ ਉਹ ਕੀ ਹੈ, ਵਿਦਿਆਰਥੀਆਂ ਦਾ ਇੱਕ ਅਨੁਭਵੀ ਸਿੱਖਣ ਦੀ ਇੱਕ ਅਵਸਥਾ ਹੈ ਔਰ ਉਹ ਵੀ ਇੱਕ ਕਨਸੈਪਟ ਸੀਗਾ, ਧਾਰਨਾ ਸੀਗੀ। ਤਾਂ ਇਸ ਤੋਂ ਬਾਅਦ ਕੀ ਹੈਗਾ ਕਿ ਨਵੀਨ ਅਤੇ ਡਿਜੀਟਲ ਧਾਰਨਾ, ਨਵੀਨ ਅਤੇ ਡਿਜੀਟਲ ਧਾਰਨਾ, ਨਵੀਨ ਅਤੇ ਡਿਜੀਟਲ ਧਾਰਨਾ ਦੇਖੋ ਆਧੁਨਿਕ ਸਮਾਂ ਕੀ ਹੈਗਾ, ਜਿਵੇਂ ਜਿਵੇਂ ਕਹਿੰਦੇ ਇੱਕ ਅਨੁਭਵੀ ਸਿੱਖਣ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਤਬਦੀਲੀਆਂ ਆਉਂਦੀਆਂ ਹੈਗੀਆਂ। ਡਿਜੀਟਲ ਕੀ ਹੋ ਗਿਆ ਜੀ, ਡਿਜੀਟਲ ਹੋ ਗਿਆ ਵੀ ਜਿਹੜਾ ਜਿਵੇਂ ਕਿ ਰੇਡੀਓ ਹੋ ਗਿਆ, ਪ੍ਰਯੋਗਸ਼ਾਲਾਵਾਂ ਹੋ ਗਈਆਂ ਔਰ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਕਾਰਜ ਕਰਨਾ, ਉਹ ਕੀ ਹੈਗਾ ਕਿ ਡਿਜੀਟਲ ਰੂਪ ਸੀਗਾ। ਤਾਂ ਜਿਵੇਂ ਜਿਵੇਂ ਇੱਕ ਸਿੱਖਿਆ ਦੇ ਵਿੱਚ ਅਨੁਭਵ ਸਿੱਖਣ ਦੀ ਅਵਸਥਾ ਦਾ ਵਿਕਾਸ ਹੁੰਦਾ ਗਿਆ, ਉਸ ਤਰੀਕੇ ਨਾਲ ਆਪਾਂ ਦੇਖ ਲਈਏ ਕਿ ਜਿਹੜਾ ਸਮਕਾਲੀਨ ਭਾਰਤ ਸੀਗਾ ਉਹਦੇ ਵਿੱਚ ਪੁਰਾਤਨ ਧਾਰਨਾ ਕਿਹੋ ਜਿਹੀ ਸੀਗੀ। ਹੁਣ ਨਵੀਨ ਯੁੱਗ ਹੈਗਾ, ਜਿਵੇਂ ਰੇਡੀਓ ਹੋ ਗਿਆ ਜੀ, ਟੈਲੀਵਿਜ਼ਨ ਦੀ ਨੌਲੇਜ ਹੋ ਗਈ ਔਰ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਖੋਜਾਂ ਕਰਨੀਆਂ, ਫੀਲਡ ਟ੍ਰਿਪਸ ਜਿਹਨੂੰ ਅਸੀਂ ਕਹਿ ਦਿੰਦੇ ਆ, ਤਾਂ ਉਹ ਡਿਜੀਟਲ ਧਾਰਨਾ ਬਣ ਗਈ। ਨਵੀਨ ਅਤੇ ਡਿਜੀਟਲ ਧਾਰਨਾ ਕੀ ਹੈਗੀ, ਇੱਕ ਅਨੁਭਵੀ ਸਿੱਖਣਾ ਹੈ। ਵੱਖ-ਵੱਖ ਖੇਤਰਾਂ ਦੇ ਵਿੱਚ ਜਾਵਾਂਗੇ ਤਾਂ ਵੱਖ-ਵੱਖ ਲੋਕਾਂ ਦੇ ਨਾਲ ਮੇਲ ਮਿਲਾਪ ਹੋਊਗਾ। ਉੱਥੋਂ ਦੇ ਖੇਤਰ ਦੇ ਜਿਹੜੇ ਲੋਕ ਹੈਗੇ ਨੇ ਉਹ ਕਿਹੋ ਜਿਹੀਆਂ ਕਿਰਿਆਵਾਂ ਕਰਦੇ ਹਨ, ਤਾਂ ਉਹ ਵੀ ਕੀ ਹੈਗਾ ਇੱਕ ਅਨੁਭਵ ਹੋਊਗਾ। ਤਾਂ ਉਹ ਅਸਲ ਦੇ ਵਿੱਚ ਅਨੁਭਵੀ ਸਿੱਖਣ ਦੇ ਵਿੱਚ ਉਹ ਕੀ ਹੈਗੀ, ਧਾਰਨਾ ਹੈ, ਤਾਂ ਹੀ ਇਸ ਲਈ ਉਸ ਨੂੰ ਸ਼ਾਮਿਲ ਕੀਤਾ ਗਿਆ ਹੈ। ਔਰ ਨੈਕਸਟ ਇਹਦੇ ਵਿੱਚ ਜਿਹੜਾ ਸਬਪੁਆਇੰਟ ਹੈਗਾ ਸਾਡੇ ਕੋਲੇ, ਉਹ ਕੀ ਹੈਗਾ, ਸਥਾਈ ਸਿੱਖਣ ਲਈ ਲਾਜ਼ਮੀ, ਸਥਾਈ ਸਿੱਖਣ ਦੇ ਲਈ ਲਾਜ਼ਮੀ ਸਥਾਈ ਸਿੱਖਣ ਲਈ ਲਾਜ਼ਮੀ ਜਿਹੜੀ ਸਾਡੀ ਪਰਮਾਨੈਂਟ ਲਰਨਿੰਗ ਹੁੰਦੀ ਹੈ। ਦੇਖੋ ਵੱਖ-ਵੱਖ ਵਿਸ਼ਿਆਂ ਦੇ ਤਹਿਤ ਸਾਨੂੰ ਵੱਖ-ਵੱਖ ਸਾਡੀ ਬੇਸਿਕ ਐਜੂਕੇਸ਼ਨ ਹੋਗੀ, ਸਾਡੀ ਪ੍ਰਾਇਮਰੀ ਐਜੂਕੇਸ਼ਨ ਹੋਗੀ, ਸਾਡੀ ਐਲੀਮੈਂਟਰੀ ਐਜੂਕੇਸ਼ਨ ਹੋਗੀ, ਸੈਕੰਡਰੀ ਐਂਡ ਹਾਇਰ ਸੈਕੰਡਰੀ ਐਂਡ ਰਿਸਰਚੇਬਲ ਐਜੂਕੇਸ਼ਨ ਹੋਗੀ। ਵੱਖ-ਵੱਖ ਸਿੱਖਿਆ ਦਾ ਸਾਡਾ ਵੱਖ-ਵੱਖ ਪੱਧਰ ਰਿਹਾ ਹੈ। ਵੱਖ-ਵੱਖ ਸਿੱਖਿਆ ਦਾ ਆਧਾਰ ਬਣਾ ਕੇ, ਧਾਰਨਾ ਬਣਾ ਕੇ ਸਾਨੂੰ ਕੀ ਹੈਗਾ, ਸਿੱਖਿਆ ਦੇ ਰਾਹੀਂ ਇੱਕ ਅਨੁਭਵ ਕਰਾਇਆ ਗਿਆ ਹੈਗਾ। ਉਹੀ ਸਾਡੀ ਕੀ ਬਣ ਗਈ, ਅਨੁਭਵੀ ਸਿੱਖਣ ਦੀ ਅਵਸਥਾ ਬਣ ਗਈ। ਹੁਣ ਉਸ ਦੇ ਵਿੱਚ ਕੀ ਹੈਗਾ ਕਿ ਸਥਾਈ ਸਿੱਖਣ ਦੀ ਗੱਲ ਕੀਤੀ ਗਈ ਹੈਗੀ ਹੈ। ਸਥਾਈ ਸਿੱਖਣਾ ਕੀ ਹੁੰਦਾ ਹੈਗਾ ਜੀ, ਆਪਾਂ ਇਹ ਗੱਲ ਸਿੱਖ ਸਕਦੇ ਹਾਂ ਵੀ ਜਿਵੇਂ ਆਪਾਂ ਕਹਿੰਦੇ ਨੇ ਕੋਈ ਡਿਪਲੋਮਾ ਪੂਰਾ ਹੋ ਗਿਆ, ਇੰਟਰਨਸ਼ਿਪ ਲੱਗਣੀ ਪ੍ਰੈਕਟਿਸ ਦੇ ਲਈ, ਅਭਿਆਸ ਦੇ ਲਈ, ਅਨੁਭਵ ਕਰਵਾਉਣ ਦੇ ਲਈ ਕੀ ਹੋਊਗਾ, ਜੋ ਕਿਰਿਆਵਾਂ ਇੱਕ ਸਿਧਾਂਤਕ ਗਿਆਨ ਹਾਸਲ ਕਰਕੇ ਅਸੀਂ ਪ੍ਰਾਪਤ ਕੀਤੀਆਂ ਹਨ ਜਾਂ ਅਸੀਂ ਕਰਦੇ ਹੈਗੇ ਆ, ਉਹ ਸਾਡਾ ਇੱਕ ਦਾਇਰਾ ਹੁੰਦਾ। ਪਰ ਜਦੋਂ ਅਸੀਂ ਇੱਕ ਦਾਇਰੇ ਤੋਂ ਬਾਹਰ ਨਿਕਲ ਕੇ ਇੱਕ ਸੁਸਾਇਟੀ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਜਦੋਂ ਅਸੀਂ ਆਪਣੀ
करांगे ਤਾਂ ਉਹ ਸਾਡਾ ਪ੍ਰਿੰਸੀਪਲ ਨਹੀਂ ਹੋਊਗਾ, ਸਾਡਾ ਪ੍ਰੈਕਟੀਕਲੀ ਹੋਊਗਾ। ਸੋ ਉਹ ਸਾਡਾ ਐਕਸਪੈਰੀਮੈਂਟ ਕੀਤਾ ਗਿਆ ਹੋਊਗਾ, ਉੱਥੇ ਅਸੀਂ ਪ੍ਰੈਕਟੀਕਲੀ ਹੋਵਾਂਗੇ, ਸਾਡਾ ਅਭਿਆਸ ਹੋਊਗਾ। ਅਸਲ ਦੇ ਵਿੱਚ ਉਹ ਅਨੁਭਵੀ ਸਿੱਖਣ ਦੇ ਵਿੱਚ ਇਸੇ ਲਈ ਸ਼ਾਮਲ ਕੀਤਾ ਗਿਆ ਹੈਗਾ। ਤਾਂ ਕਹਿੰਦੇ ਉਹ ਕੀ ਹੈ ਕਿ ਲਾਜ਼ਮੀ ਬਣ ਜਾਂਦਾ ਇੱਕ ਸਥਾਈ ਰੂਪ ਦੇ ਵਿੱਚ ਸਿੱਖਣ ਦੇ ਲਈ। ਇੱਕ ਡਿਪਲੋਮਾ ਪੂਰਾ ਹੋ ਗਿਆ ਬੱਚੇ ਦਾ, ਇੱਕ ਡਿਗਰੀ ਪੂਰੀ ਹੋ ਗਈ, ਉਸ ਦੇ ਵਿੱਚ ਇੱਕ ਟਾਈਮ ਪੀਰੀਅਡ ਰੱਖਿਆ ਗਿਆ ਹੁੰਦਾ ਕਿ ਇਹਨਾਂ ਬੱਚਿਆਂ ਨੂੰ ਇੰਟਰਨਸ਼ਿਪ ਲਈ ਭੇਜਿਆ ਜਾਵੇ ਜਾਂ ਇਹਨਾਂ ਨੂੰ ਭਾਸ਼ਣ ਦੇ ਲਈ, ਇਹਨਾਂ ਨੂੰ ਤਿਆਰ ਕਰਨ ਦੇ ਲਈ ਵੱਖ-ਵੱਖ ਭਾਸ਼ਣ ਮੁਕਾਬਲਿਆਂ ਦੇ ਵਿੱਚ ਭੇਜਿਆ ਜਾਵੇ ਔਰ ਵਿਦਿਆਰਥੀਆਂ ਨੂੰ ਵੱਖ-ਵੱਖ ਰਿਸਰਚ ਲਈ, ਖੋਜਾਂ ਦੇ ਲਈ ਵੱਖ-ਵੱਖ ਖੇਤਰਾਂ ਦੇ ਵਿੱਚ ਭੇਜਿਆ ਜਾਵੇ। ਤਾਂ ਔਰ ਕੀ ਹੈਗਾ ਕਹਿੰਦੇ ਜਿਵੇਂ ਆਪਾਂ ਕਹਿੰਦੇ ਨੇ ਇੱਕ ਟੈਂਪਰੇਰੀ ਤੌਰ ਤੇ ਜੌਬ ਕਰਨੀ ਔਰ ਉਹ ਜੌਬ ਕਰਨ ਦੇ ਨਾਲ ਕੀ ਹੁੰਦਾ ਉਸ ਸਥਾਈ ਆਪਾਂ ਕਹਿ ਦਿੰਦੇ ਆ ਉਹ ਕਿਹੜੀਆਂ ਨੌਕਰੀਆਂ ਹੁੰਦੀਆਂ ਹਨ ਜੀ, ਸੇਵਾ ਸਿੱਖਣ ਦੀਆਂ ਨੌਕਰੀਆਂ। ਮਤਲਬ ਇਹੋ ਜਿਹੀਆਂ ਸੇਵਾਵਾਂ ਨਿਭਾਉਣਾ ਜਿਸ ਦੇ ਨਾਲ ਅਸੀਂ ਕੁਝ ਨਾ ਕੁਝ ਸਿੱਖਦੇ ਹਾਂ ਔਰ ਪਰ ਉਹ ਜੌਬ ਹੋਵੇ ਤਾਂ ਕਿ ਅਨੁਭਵੀ ਸਿੱਖਣ ਦੀ ਧਾਰਨਾ ਹੈਗੀ ਆ ਉਹ ਲਾਜ਼ਮੀ ਰੂਪ ਦੇ ਵਿੱਚ ਸਾਡੇ ਵਿੱਚ ਕੀ ਹੋਵੇ, ਇੱਕ ਸ਼ਾਮਲ ਹੋ ਸਕੇ। ਕਿਹੜੇ ਰੂਪ ਦੇ ਵਿੱਚ? ਅਨੁਭਵੀ ਸਿੱਖਣ ਦੇ ਵਿੱਚ। ਤਾਂ ਉਹ ਅਨੁਭਵੀ ਸਿੱਖਣਾ ਕੀ ਹੈਗਾ ਇੱਕ ਸਥਾਈ ਸਿੱਖਣਾ ਬਣ ਜਾਂਦਾ ਸਾਡੇ ਵਿੱਚ। ਸਥਾਈ ਸਿੱਖਣ ਦੀ ਬੜੀ ਇੰਪੋਰਟੈਂਸ ਹੈ ਸਾਡੀ ਇੱਕ ਅਨੁਭਵੀ ਸਿੱਖਣ ਦੇ ਵਿੱਚ। ਨੈਕਸਟ ਕੀ ਹੈਗਾ ਵਿਦਿਆਰਥੀਆਂ ਦੇ ਲਈ ਲਾਭਦਾਇਕ ਨੈਕਸਟ ਪੁਆਇੰਟ ਹੈਗਾ ਸਾਡੇ ਕੋਲੇ ਵਿਦਿਆਰਥੀਆਂ ਲਈ ਲਾਭਦਾਇਕ ਵਿਦਿਆਰਥੀਆਂ ਦੇ ਲਈ ਲਾਭਦਾਇਕ ਕਿਵੇਂ ਹੋ ਗਿਆ ਜੀ? ਜਿਹੜਾ ਅਨੁਭਵੀ ਸਿੱਖਣਾ ਹੈਗਾਗਾ ਜੇਕਰ ਸਿੱਖਿਆ ਦੇ ਵਿੱਚ ਇਸ ਕਿਰਿਆਵਾਂ ਨੂੰ ਸ਼ਾਮਲ ਕੀਤਾ ਜਾਊਗਾ ਤਾਂ ਵਿਦਿਆਰਥੀਆਂ ਦੇ ਲਈ ਨੋ ਡਾਊਟ ਆਪਣੇ ਆਪ ਹੀ ਉਹਨਾਂ ਦੇ ਲਈ ਲਾਭਦਾਇਕ ਹੋ ਜਾਊਗਾ, ਹੈਲਪਫੁਲ ਹੋ ਜਾਊਗਾ। ਮਤਲਬ ਕੀ ਹੋ ਜਾਊਗਾ? ਸਵੈ ਦੀ ਯੋਗਤਾ ਅਤੇ ਸਵੈ ਦਾ ਅੰਕਲਨ। ਇਸ ਦੇ ਵਿੱਚ ਕੀ ਹੋਊਗਾ ਜੀ? ਸਵੈ ਦੀ ਯੋਗਤਾ, ਸਵੈ ਦੀ ਯੋਗਤਾ ਅਤੇ ਸਵੈ ਦਾ ਅੰਕਲਨ। ਇਸ ਦੇ ਵਿੱਚ ਅਸੀਂ ਵਿਦਿਆਰਥੀ ਖੁਦ ਆਪਣੇ ਆਪ ਆਪਣਾ ਮੁਲਾਂਕਣ ਕਰਕੇ ਉਸ ਦਾ ਅੰਕਲਨ ਕਰ ਸਕਦਾ ਹੈ ਔਰ ਖੁਦ ਹੀ ਆਪਣੀ ਯੋਗਤਾ ਨੂੰ ਪਹਿਚਾਨ ਸਕਦਾ ਹੈ। ਉਹ ਕੀ ਹੈ? ਵਿਦਿਆਰਥੀ ਲਈ ਕੀ ਬਣ ਜਾਂਦੀ ਹੈ? ਇੱਕ ਲਾਭਦਾਇਕ ਬਣ ਜਾਂਦੀ ਹੈ। ਨੈਕਸਟ ਜਿਹੜਾ ਸਾਡੇ ਕੋਲ ਸਬ ਪੁਆਇੰਟ ਹੈਗਾ ਜੀ, ਉਹ ਸਬ ਪੁਆਇੰਟ ਕੀ ਹੈਗਾ ਕਿ ਸਮਕਾਲੀਨ ਸਿੱਖਣ ਦਾ ਇੱਕ ਅਨਿੱਖੜਵਾਂ ਅੰਗ। ਸਮਕਾਲੀਨ ਸਿੱਖਣ ਦਾ ਅਨਿੱਖੜਵਾਂ ਅੰਗ। ਸਿੱਖਣ ਦਾ ਅਨਿੱਖੜਵਾਂ ਅੰਗ। ਇਹ ਸਾਡੇ ਕੋਲੇ ਸਬ ਪੁਆਇੰਟ ਹੈ ਜੀ ਇਹ ਕਿ ਇੱਕ ਇਹਦੀ ਸਮਕਾਲੀਨ ਸਿੱਖਣ ਦਾ ਅਨਿੱਖੜਵਾਂ ਅੰਗ ਕਿਵੇਂ ਬਣ ਗਿਆ ਜੀ? ਆਪਾਂ ਦੇਖੋ ਪੁਰਾਤਨ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਜਿਹੜੀ ਸਿੱਖਣ ਦੀ ਅਵਸਥਾ ਹੈਗੀ ਹੈ ਵਿਦਿਆਰਥੀਆਂ ਦੇ ਵਿੱਚ ਪ੍ਰਤਿਭਾਸ਼ਾਲੀ ਲੈ ਕੇ ਆਉਣ ਦੇ ਲਈ ਕ੍ਰੀਏਟੀਵਿਟੀ ਉਹਨਾਂ ਦੇ ਵਿੱਚ ਐਕਟੀਵਿਟੀਜ਼ ਪਾਈਆਂ ਗਈਆਂ ਹਨ। ਉਹ ਕ੍ਰੀਏਟੀਵਿਟੀ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ ਬੱਚਿਆਂ ਨੂੰ ਵਿਹਾਰਾਤਮਕ ਕਰਦੀ ਹੈ ਔਰ ਉਹਨਾਂ ਨੂੰ ਇੱਕ ਸੇਧ ਮਿਲਦੀ ਹੈ, ਉਹਨਾਂ ਨੂੰ ਇੱਕ ਗਾਈਡਲਾਈਨ ਮਿਲਦੀ ਹੈ ਜਿਸ ਦੇ ਨਾਲ ਉਹਨਾਂ ਦਾ ਆਪਣਾ ਜਿਹੜਾ ਮਨੋਬਲ ਹੈਗਾ, ਮਨੋਰਥ ਜਿਹੜਾ ਹੈਗਾ ਉਹ ਬਹੁਤ ਉੱਚਾ ਹੋ ਜਾਂਦਾ ਹੈ ਔਰ ਜਿਸ ਦੇ ਨਾਲ ਉਹਨਾਂ ਨੂੰ ਇਹ ਲੱਗਦਾ ਹੁੰਦਾ, ਮਹਿਸੂਸ ਹੋਣ ਲੱਗ ਜਾਂਦਾ ਕਿ ਸਾਡੇ ਵਿੱਚ ਜਿਹੜੀ ਸਿੱਖਣ ਦੀ ਤੀਬਰਤਾ ਸੀਗੀ ਹੋਰ ਤੇਜ਼ੀ ਨਾਲ ਵੱਧ ਰਹੀ ਹੈ ਔਰ ਅਸੀਂ ਹੌਲੀ ਹੌਲੀ ਉਸ ਨੂੰ ਕੀ ਹੈਗੇ ਆ ਸਿੱਖ ਰਹੇ ਹਾਂ। ਔਰ ਗਾਂਧੀ ਜੀ ਦੀ ਦੇਖੋ ਜਿਹੜੀ ਨਈ ਤਾਲੀਮ ਜਿਹੜੀ ਐਜੂਕੇਸ਼ਨ ਸੀਗੀ ਉਹਦੇ ਵਿੱਚ ਆਪਾਂ ਦੇਖਿਆ ਤਨ, ਮਨ ਤੇ ਆਤਮਾ ਦੀ ਗੱਲ ਕੀਤੀ ਗਈ ਸੀ। ਤਿੰਨੇ ਪ੍ਰਕਿਰਤੀ ਦੇ ਰੂਪ ਹਨ, ਤਨ, ਮਨ ਤੇ ਆਤਮਾ। ਜੇਕਰ ਵਿਦਿਆਰਥੀਆਂ ਦਾ ਇਸ ਤਨ, ਮਨ ਤੇ ਆਤਮਾ ਨੂੰ ਲੈ ਕੇ ਇੱਕ ਅਨਿੱਖੜਵਾਂ ਅੰਗ ਬਣਾਇਆ ਜਾਊਗਾ ਤਾਂ ਜ਼ਰੂਰੀ ਹੈ ਕਿ ਇਹ ਸਮਕਾਲੀਨ ਸਾਡੇ ਕੋਲ ਇੱਕ ਸਿੱਖਣ ਦੀ ਅਵਸਥਾ ਹੈਗੀ ਹੈ ਉਹ ਸਾਡੀ ਅਨੁਭਵੀ ਸਿੱਖਣ ਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਜੀ ਕਨਕਲੂਜਨ ਆ ਜਾਂਦਾ ਹੈ। ਸਿੱਟੇ ਦੇ ਵਿੱਚ ਆਪਾਂ ਜਿਹੜੀਆਂ ਗੱਲਾਂ ਆਪਾਂ ਲਿਖ ਸਕਦੇ ਹਾਂ।
ਕਨਕਲੂਜਨ ਕਨਕਲੂਜਨ ਆਪਾਂ ਕੀ ਲਿਖਾਂਗੇ ਜੀ ਉਪਰੋਕਤ ਅਨੁਭਵੀ ਸਿੱਖਣ ਦੇ ਦੁਆਰਾ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੀ ਇੱਕ ਅਨੁਭਵੀ ਸਿੱਖਣਾ ਹੈਗਾਗਾ ਉਹ ਕੀ ਹੈਗੀ ਹੈ ਇੱਕ ਪ੍ਰਕਿਰਿਆ ਹੈ ਕਿ ਇਸ ਪ੍ਰਕਿਰਿਆ ਦੇ ਨਾਲ ਕੀ ਹੈਗਾ ਕਹਿੰਦੇ ਕਾਰਜ ਕਰਦਿਆਂ ਚਿੰਤਨ ਰਾਹੀਂ ਸਿੱਖਣਾ ਮਤਲਬ ਕੀ ਹੈਗਾ ਕਾਰਜ ਤਾਂ ਆਪਾਂ ਕਰਦੇ ਹੀ ਰਹਿੰਦੇ ਆ ਪਰ ਚਿੰਤਨ ਅਵਸਥਾ ਦੇ ਵਿੱਚ ਅਸੀਂ ਹੋਣੇ ਚਾਹੀਦੇ ਹਾਂ ਫਿਰ ਹੀ ਉਹ ਕੀ ਹੁੰਦਾ ਹੈ ਸਾਡਾ ਅਨੁਭਵੀ ਸਿੱਖਣਾ ਹੁੰਦਾ ਹੈ ਤਾਂ ਅਨੁਭਵੀ ਸਿੱਖਣ ਦੇ ਵਿੱਚ ਸਾਨੂੰ ਸਮਕਾਲੀਨ ਦੌਰਾਨ ਕੀ ਹੈਗਾ ਕਹਿੰਦੇ ਭਾਰਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਨਸੈਪਟ ਮਿਲੇ ਔਰ ਉਹਦੇ ਵਿੱਚ ਨਵੀਨ ਤੇ ਡਿਜੀਟਲ ਧਾਰਨਾਵਾਂ ਵੇਖਣ ਨੂੰ ਮਿਲੀਆਂ ਔਰ ਜਿਹੜਾ ਉਹ ਗਿਆਨ ਬੱਚੇ ਇੱਕ ਅਭਿਆਸ ਦੇ ਨਾਲ ਸਿੱਖਦੇ ਹਨ ਉਹ ਕੀ ਹੁੰਦਾ ਹੈਗਾ ਜੀ ਸਥਾਈ ਰੂਪ ਦੇ ਵਿੱਚ ਸਿੱਖਣਾ ਹੁੰਦਾ ਹੈ ਅਸਲ ਵਿੱਚ ਸਥਾਈ ਰੂਪ ਸਿੱਖਣਾ ਹੀ ਕੀ ਹੈਗਾ ਸਾਡਾ ਅਨੁਭਵੀ ਸਿੱਖਣਾ ਹੈ ਤਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਨੈਕਸਟ ਟੌਪਿਕ ਨੂੰ ਆਪਾਂ ਡਿਸਕਸ ਕਰਾਂਗੇ ਜੀ ਥੈਂਕ ਯੂ